ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਪੰਜਾਬੀ ਪੋਸਟ ਤੇ ਮੈਂ ਹਾਂ ਵਿਜੇ ਥਾਪਰ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਆ। ਕਦੇ ਵੀ ਜਿਹੜਾ ਚੋਣ ਜਾਬਤਾ ਜਿਹੜਾ ਲੱਗ ਸਕਦਾ ਹੈ। ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਪੂਰੇ ਜੋਬਨ 'ਤੇ ਹਨ। ਜਿੱਥੋਂ ਤੱਕ ਗੱਲ ਕਰੀਏ ਬਟਾਲਾ ਦੀ, ਤੇ ਬਟਾਲਾ ਇਸ ਵਾਰੀ ਪਹਿਲੀ ਵਾਰੀ ਨਗਰ ਕੌਂਸਲ ਤੋਂ ਨਗਰ ਨਿਗਮ ਦੇ ਰੂਪ ਵਿੱਚ ਬਣਿਆ। 35 ਵਾਰਡਾਂ ਤੋਂ ਵਾਰਡਾਂ ਵਧਾ ਕੇ ਜਿਹੜੀਆਂ ਉਹ 50 ਕਰ ਦਿੱਤੀਆਂ ਗਈਆਂ ਨੇ। ਪਰ ਵਾਰਡਬੰਦੀ ਨੂੰ ਲੈ ਕੇ ਅਲੱਗ-ਅਲੱਗ ਵੱਖ-ਵੱਖ ਪਾਰਟੀਆਂ ਦੇ ਵਿੱਚ ਜਿਹੜੀ ਹੈ ਉਹ ਵਿਰੋਧਤਾ ਪਾਈ ਜਾ ਰਹੀ ਹੈ। ਸਿਆਸੀ ਪਾਰਟੀਆਂ ਵੱਲੋਂ ਸੱਤਾਧਾਰੀ ਪਾਰਟੀ 'ਤੇ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਵਾਰਡਬੰਦੀ ਸੱਤਾਧਾਰੀ ਪਾਰਟੀ ਆਪਣੇ ਪੱਖ ਵਿੱਚ ਕਰ ਰਹੀ ਹੈ ਔਰ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਛਿੱਕੇ ਟੰਗ ਰਹੀ ਹੈ। ਸਾਡੇ ਨਾਲ ਅੱਜ ਮੌਜੂਦ ਨੇ ਬਟਾਲਾ ਤੋਂ ਵਿਧਾਇਕ ਸਰਦਾਰ ਲਖਬੀਰ ਸਿੰਘ ਜੀ ਲੋਧੀ ਨੰਗਲ, ਕਿਉਂਕਿ ਮਸਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਆ। ਸੋ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਨੌਬਤ ਆ ਗਈ ਕਿ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਪਿਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਬਹੁਤ ਮਿਹਰਬਾਨੀ ਜੀ, ਥੈਂਕ ਯੂ, ਤੁਸੀਂ ਆਏ ਜੀ ਸਾਡੇ ਪਾਸ। ਲੋਧੀ ਨੰਗਲ ਸਾਹਿਬ, ਤੁਹਾਨੂੰ ਹਾਈ ਕੋਰਟ ਦੇ ਵਿੱਚ ਜਾਣਾ ਪੈ ਗਿਆ। ਮੈਨੂੰ ਪਤਾ ਲੱਗਾ ਕਿ ਅਕਾਲੀ ਦਲ ਵੱਲੋਂ ਜਿਹੜੀ ਹੈ ਉਹ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ ਵਾਰਡਬੰਦੀ ਨੂੰ ਲੈ ਕੇ। ਕੀ ਕਾਰਨ ਸਨ ਤੇ ਸੱਤਾਧਾਰੀ ਪਾਰਟੀ ਅਜਿਹਾ ਕਿਉਂ ਕਰ ਰਹੀ ਹੈ? ਦਰਅਸਲ ਜੀ ਜੋ ਤੁਹਾਨੂੰ ਪਤਾ ਲੱਗਾ ਉਹ ਬਿਲਕੁਲ ਠੀਕ ਲੱਗਾ। ਜਦੋਂ ਸਾਰੀਆਂ ਹੀ ਹੱਦਾਂ ਬੰਨੇ ਐਡਮਿਨਿਸਟ੍ਰੇਸ਼ਨ ਟੱਪ ਗਈ ਆ ਰਾਜਨੀਤਿਕ ਲੋਕਾਂ ਦੇ ਕਹਿਣ ਦੇ ਉੱਤੇ, ਰਾਤ ਦਿਨ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿਸੇ ਵੀ ਪਾਰਟੀ ਨੂੰ। ਭਾਵੇਂ ਇੱਥੇ ਬੀਜੇਪੀ ਵੀ ਆ, ਭਾਵੇਂ ਇੱਥੇ ਆਪ ਵਾਲੇ ਵੀ ਹੈਗੇ ਆ, ਭਾਵੇਂ ਇੱਥੇ ਲੋਕ ਇਨਸਾਫ ਵਾਲੇ ਵੀ ਹੈਗੇ ਆ, ਅਸੀਂ ਅਕਾਲੀ ਦਲ ਦੇ ਲੋਕਲ MLA ਇੱਥੇ, ਕਿਸੇ ਬੰਦੇ ਨੂੰ ਕੋਈ ਮਾੜਾ ਮੋਟਾ ਵੀ ਇਹਨਾਂ ਨੇ ਪਿਸਕ ਨਹੀਂ ਨਿਕਲ ਦਿੱਤੀ ਕਿ ਅਸੀਂ ਕੀ ਕਰ ਰਹੇ ਹਾਂ। ਵਾਰਡਾਂ ਤੁਸੀਂ ਜਿਵੇਂ ਦੱਸਿਆ ਕਿ 35 ਤੋਂ ਇਹ ਨਿਗਮ ਬਣ ਗਿਆ, ਇਸ ਵੇਲੇ 50 ਵਾਰਡਾਂ ਬਣ ਗਈਆਂ। 50 ਵਾਰਡਾਂ ਪਤਾ ਨਹੀਂ ਕਿਹੜੀ ਇਹਨਾਂ ਨੇ ਖੁੰਝਰ ਵਿੱਚ ਬਹਿ ਕੇ ਬਣਾਈਆਂ ਨੇ। 4 5 6 ਜਿਹੜੇ ਆਪਣੇ ਚੇਤੇ ਮੁਲਾਜ਼ਮ ਸੀ ਉਹਨਾਂ ਨੂੰ ਚੁੱਕ ਕੇ ਚੰਡੀਗੜ੍ਹ ਲੈ ਗਏ, ਉੱਥੇ ਵਾਰਡਾਂ ਬਣਾਉਂਦੇ ਰਹੇ। ਅਸੀਂ ਇਹਨਾਂ ਨੂੰ ਇਹ ਵੀ ਕਿਹਾ ਵੀ ਵਾਰਡਾਂ ਲਿਆਓ, ਬਣਾ ਲਓ ਜਿਹੜੀਆਂ ਬਣਾਉਣੀਆਂ ਨੇ, ਵਾਰਡਾਂ ਲੋਕਾਂ ਨੂੰ ਦੱਸੋ ਤੁਸੀਂ, ਪਰ ਕਿਸੇ ਨੂੰ ਨਹੀਂ ਦੱਸੀਆਂ। ਫਿਰ ਅਸੀਂ ਆਪਣੇ ਪ੍ਰਬੰਧਾਂ ਦੇ ਨਾਲ ਉਹ ਜਿਹੜੇ ਨਕਸ਼ੇ ਇਹਨਾਂ ਬਣਾਏ ਸੀ ਉਹ ਵੀ ਲਿਆਂਦੇ, ਉਹ ਲਿਆ ਕੇ ਵੇਖਣ ਤੋਂ ਬਾਅਦ ਬੜੀ ਹੈਰਾਨਗੀ ਦੀ ਗੱਲ ਹੈ ਵੀ ਉਹਨਾਂ ਵਾਰਡਾਂ ਦੇ ਵਿੱਚ ਜੋ ਲਿਸਟਾਂ ਸੀ ਉਹ ਵੀ ਅਸੀਂ ਕਢਵਾਈਆਂ। ਉਹ ਕਢਵਾਉਣ ਤੋਂ ਬਾਅਦ ਫਿਰ ਇਹਨਾਂ ਨੇ ਵੇਖਿਆ ਜਿਹੜੇ ਇਹਨਾਂ ਦੇ ਕੈਂਡੀਡੇਟ ਸੀ ਕਿ ਅਸੀਂ ਹੁਣ ਇੱਥੇ ਵੀ ਨਹੀਂ ਲੜ ਸਕਦੇ। ਫਿਰ ਇਹਨਾਂ ਨੇ ਆਪਣੇ ਹੱਥੀਂ ਬਣਾਈਆਂ ਵਾਰਡਾਂ ਦੀ ਵੋਟਾਂ ਦੀਆਂ ਜਿਹੜੀਆਂ ਲਿਸਟਾਂ ਸੀ ਉਹਨਾਂ 'ਚੋਂ ਚੁੱਕ ਕੇ ਪਿਕ ਐਂਡ ਚੂਜ਼ ਕਰਨਾ ਸ਼ੁਰੂ ਕਰ ਦਿੱਤਾ। ਵਾਰਡਾਂ ਦੇ ਵਿੱਚੋਂ ਗਲੀਆਂ ਨੂੰ ਚੱਕ ਕੇ ਦੂਸਰੀਆਂ ਵਾਰਡਾਂ 'ਚ ਲੈ ਗਏ, ਵਾਰਡਾਂ ਦੇ ਵਿੱਚੋਂ ਘਰ ਗਿਣ ਕੇ ਦੂਸਰੀਆਂ ਵਾਰਡਾਂ ਵਿੱਚ ਲੈ ਗਏ। ਕਈ ਵਾਰਡਾਂ ਨੇ ਇੱਥੇ, ਜਿਸ ਤਰ੍ਹਾਂ ਸਾਡੇ ਕਿੰਨਾ ਨੰਬਰ ਵਾਰਡ ਆ, 16 ਨੰਬਰ ਵਾਰਡ, ਇੱਕ ਸਿਰਫ ਮੈਂ ਉਦਾਹਰਨ ਦੇ ਤੌਰ 'ਤੇ ਦੱਸ ਰਿਹਾ ਹਾਂ। ਬਹੁਤ ਸਾਰੀਆਂ ਵਾਰਡਾਂ ਦਾ ਇਹੋ ਹੀ ਹਾਲ ਆ ਜਿੱਥੇ 6000 ਤੋਂ ਚੱਲ ਕੇ ਮੁੜ ਕੇ 5500 ਫਿਰ 4500 ਵਾਰਡਾਂ ਦੀਆਂ ਵੋਟਾਂ ਚੁੱਕ ਕੇ ਦੂਸਰੇ ਬੰਨੇ ਪਾ ਦਿੱਤੀਆਂ ਗਈਆਂ ਔਰ ਦੂਸਰੇ ਬੰਨੇ ਚੱਕ ਕੇ ਦੂਸਰੇ ਬੰਨੇ ਪਾ ਦਿੱਤੀਆਂ ਗਈਆਂ। ਇੱਥੋਂ ਤੱਕ ਹੀ ਸੀਮਤ ਨਹੀਂ, ਜਿਹੜੀਆਂ ਵੋਟਾਂ ਇੱਕ ਵਾਰਡ 'ਚੋਂ ਚੱਕਦੇ ਨੇ ਉਹ 6 ਵਾਰਡਾਂ ਚੱਕ ਕੇ ਅੱਗੇ ਜਾ ਕੇ ਪਾ ਦਿੰਦੇ ਨੇ। ਬੜੀ ਹੈਰਾਨਗੀ ਵਾਲੀ ਗੱਲ ਆ। 110 ਬੂਥ ਨੇ ਇੱਥੇ ਪੋਲਿੰਗ ਦੇ ਵਿੱਚ, ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਵਿੱਚ ਵੀ ਹੁੰਦੀ। ਔਰ ਬੜੀ ਸਿੱਧੀ ਜੀ ਗੱਲ ਆ ਕਿ 50 ਵਾਰਡਾਂ ਨੇ, 2 ਬੂਥ ਅਤੇ 10 ਬੂਥ ਜਿਹੜੇ ਨੇ ਉਹਨਾਂ ਨੂੰ ਥੋੜ੍ਹਾ ਡਿਵਾਈਡ ਕਰਕੇ 50 ਵਾਰਡਾਂ ਬਣ ਜਾਂਦੀਆਂ ਨੇ। ਕੋਈ ਰੌਲਾ ਰੱਪਾ ਹੈ ਹੀ ਨਹੀਂ, ਨਾ ਕੋਈ ਬਹੁਤੀ ਮਿਹਨਤ ਕਰਨ ਵਾਲੀ ਗੱਲ ਆ। ਪਰ ਇੰਨੀ ਬੇਸ਼ਰਮੀ ਵਾਲੀ ਗੱਲ ਆ ਕਿ ਕੋਈ ਮੁਰਗੀ ਮਹੱਲਿਓਂ ਵੋਟਾਂ ਚੁੱਕੀਆਂ ਨੇ ਉਹ ਨਹਿਰੂ ਗੇਟ ਪਾਤੀਆਂ ਨੇ, ਕੋਈ ਨਹਿਰੂ ਵੋਟਾਂ ਚੁੱਕੀਆਂ ਨੇ ਉਹ ਮਲਾਵੇ ਦੀ ਕੋਠੀ ਪਾਤੀਆਂ ਨੇ। ਅਸੀਂ ਬਾਈ ਨੇਮ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਗਏ ਹਾਂ ਔਰ ਇਸ ਤੋਂ ਪਿੱਛੋਂ ਅਸੀਂ ਇੱਕ ਹੋਰ ਵੀ ਰਿਟ ਜਿਹੜੀ ਆ ਦਾਖਲ ਕਰ ਰਹੇ ਹਾਂ। ਇਹ ਸਾਡੀ ਰਿਟ ਜਿਹੜੀ ਆ ਹਾਈ ਕੋਰਟ 'ਚ ਐਡਮਿਟ ਹੋ ਗਈ ਆ, ਸੋਮਵਾਰ ਉਹਦੀ ਹੀਅਰਿੰਗ ਹੋਣੀ ਆ। ਔਰ ਅੱਗੇ ਵੀ ਇੱਥੇ ਇੱਕ ਵਾਰ ਅਫਸਰਾਂ ਨਾਲ ਪੰਗਾ ਪਿਆ ਸੀ ਜਿਹੜੇ ਮੁੜ ਕੇ ਸਾਰੀ ਉਮਰ ਰੋਂਦੇ ਰਹੇ ਸੀ। ਔਰ ਅੱਜ ਵੀ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਜਿਸ ਤਰੀਕੇ ਨਾਲ ਜਿਨ੍ਹਾਂ ਅਫਸਰਾਂ ਨੇ, ਜਿਹਨੇ ਸੁਪਰਡੈਂਟ ਅਤੇ 3-4 ਬੰਦੇ ਜਿਹੜੇ ਨੇ ਅਸੀਂ ਆਇਡੈਂਟੀਫਾਈ ਕੀਤੇ ਆ, ਜਿਨ੍ਹਾਂ ਨੇ ਸਾਡੇ ਕੋਲ ਰਿਕਾਰਡਿੰਗ ਆ, ਸਾਡੇ ਕੋਲ ਉਹਨਾਂ ਦਾ ਲਿਖਤੀ ਹੈਗਾ ਆ ਵੀ ਸਾਡੇ ਕੋਲ ਪ੍ਰੈਸ਼ਰ ਦੇ ਨਾਲ ਵੋਟਾਂ ਬਦਲਾਈਆਂ ਜਾ ਰਹੀਆਂ ਨੇ। ਇਹ ਸਾਰਾ ਰਿਕਾਰਡ ਸਾਡੇ ਕੋਲ ਆ, ਜਿਹਨੂੰ ਅਸੀਂ ਹਾਈ ਕੋਰਟ ਦੇ ਵਿੱਚ ਸੈਕੰਡ ਰਿਟ 'ਚ ਵੀ ਲੈ ਕੇ ਜਾ ਰਹੇ ਹਾਂ। ਔਰ ਅਸੀਂ ਇਹ ਸੋਮਵਾਰ ਦੀ ਸੁਣਵਾਈ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ। ਔਰ ਉਹ ਜਿਹੜੇ ਲਿਖਤੀ ਉਹਨਾਂ ਦੇ ਸਾਡੇ ਕੋਲ ਸਟੇਟਮੈਂਟਾਂ ਨੇ, ਜਿਹੜੀਆਂ ਲਿਖਤੀ ਉਹਨਾਂ ਦੇ ਕੋਲ ਉਹਨਾਂ ਨੇ ਸਾਨੂੰ ਦਿੱਤੀਆਂ ਨੇ, ਜਾਂ
ਜਿਹੜੀਆਂ ਸਾਡੇ ਕੋਲ WhatsApp ਕਾਲ ਦੇ ਵਿੱਚ ਜਾਂ ਦੂਜੀਆਂ ਕਾਲਾਂ ਦੇ ਵਿੱਚ ਉਹਨਾਂ ਦੀ ਰਿਕਾਰਡਿੰਗ ਆ। ਜੇ ਕੱਲ੍ਹ ਸਾਨੂੰ ਵੋਟਾਂ ਦੀਆਂ ਲਿਸਟਾਂ ਦੇਣ ਡਏ ਆ ਜਿਹੜੀਆਂ 12 'ਚ ਛਪਾਈ ਸ਼ੋਅ ਕਰ ਰਹੇ ਆ, ਔਰ ਉਹ ਵੀ ਸਾਡੇ ਕੋਲ ਉਹਦੀ ਰਿਕਾਰਡਿੰਗ ਮੌਜੂਦ ਆ ਕਿ ਅਜੇ ਤੱਕ ਇਸੇ ਤਰੀਕੇ ਨਾਲ ਕਰ ਰਹੇ ਨੇ। ਔਰ ਮੈਂ ਸਮਝਦਾ ਆ ਵੀ ਐਡੀ ਵੱਡੀ ਹਨੇਰਗਰਦੀ ਕਦੀ ਨਹੀਂ ਵੇਖੀ ਕਿ ਜੇ ਇੰਨੀ ਕਮਜ਼ੋਰੀ ਆ। ਅੱਜ ਵੀ ਤੁਹਾਡੇ ਕੈਂਡੀਡੇਟ ਜਿਹੜੇ ਨੇ ਉਹ ਚੋਰ ਮੋਰੀ ਰਾਹੀਂ ਕਹਿੰਦੇ ਨੇ ਵੀ ਅਸੀਂ ਤੇ ਇੱਥੇ ਜੀ ਆਪਣੇ ਕਾਗਜ਼ ਰੱਦ ਕਰਵਾ ਕੇ ਵਿਰੋਧੀਆਂ ਦੇ ਤੇ ਅਸੀਂ ਇੱਥੇ ਕੌਂਸਲਰ ਬਣਨਾ ਆ। ਮੈਂ ਕਹਿੰਦਾ ਲੋਕਾਂ ਦਾ ਹਰ ਤਰੀਕੇ ਦੇ ਨਾਲ ਹੱਕ ਖੋਇਆ ਜਾ ਰਿਹਾ। ਬਟਾਲੇ ਦੇ ਲੋਕਾਂ ਨੂੰ ਮੈਂ ਬਾਰ-ਬਾਰ ਬੇਨਤੀ ਕਰਦਾ ਰਿਹਾ, ਤੁਸੀਂ ਕੌਂਸਲ ਜਿਹੜੀ ਆ ਇਹਦੇ ਵਿੱਚ ਆਪਣੇ ਚੰਗੇ ਨੁਮਾਇੰਦੇ ਭੇਜੋ, ਕੋਈ ਰਿਟਾਇਰਡ ਅਫਸਰ ਭੇਜੋ, ਵਕੀਲ ਭੇਜੋ, ਪੱਤਰਕਾਰ ਭੇਜੋ। ਇਹ ਜਿੰਨਾ ਵੀ ਪੈਸਾ ਸਾਡੀ ਸਰਕਾਰ ਦਾ ਦਿੱਤਾ ਇੱਥੇ ਖੁਰਦ ਬੁਰਦ ਹੋ ਰਿਹਾ, ਤੁਸੀਂ ਵੇਖ ਰਹੇ ਜੇ ਕੀ ਹਾਲ ਆ। ਥਾਂ ਜਿਹੜਾ ਸਾਰਾ ਸ਼ਹਿਰ ਪੁੱਟਿਆ ਪਿਆ, ਲੰਘਣਾ ਮੁਸ਼ਕਿਲ ਹੋਇਆ ਪਿਆ, ਔਰ ਇਹਨਾਂ ਜਿਨ੍ਹਾਂ ਲੋਕਾਂ ਦਾ ਹਰਾਮ ਹੋਇਆ ਪਿਆ ਆ ਜਿਹੜਾ ਅੱਜ ਤੱਕ ਕਦੀ ਨਹੀਂ ਵੇਖਿਆ। ਸੋ ਮੈਂ ਇਹ ਤੁਹਾਡੇ ਸਾਹਮਣੇ ਜਿਹੜੇ ਤੱਥ ਨੇ ਉਹ ਰੱਖੇ ਨੇ, ਔਰ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਸ ਤਰੀਕੇ ਨਾਲ ਵਾਰਡਬੰਦੀ ਚੁੱਕ ਕੇ ਕੀਤੀ ਆ, ਵੋਟਾਂ ਚੁੱਕ ਕੇ ਦੂਜੇ ਬੰਨੇ ਪਾਈਆਂ, ਉਹਨਾਂ ਨੂੰ ਜਵਾਬ ਦੇਣਾ ਪਊਗਾ। ਔਰ ਜਿਹੜੇ ਲੋਕ ਸਮਝਦੇ ਨੇ ਕਿ ਅਸੀਂ ਇਸ ਜ਼ਬਰਦਸਤੀ ਤਰੀਕੇ ਦੇ ਨਾਲ ਇੱਥੇ ਕੌਂਸਲਰ ਬਣ ਕੇ ਆਵਾਂਗੇ, ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਉਹ ਵੇਲਾ ਲੰਘ ਗਿਆ ਆ। ਸਰਕਾਰ ਜਾਰੀ ਆ, ਸੂਰਜ ਇਹਨਾਂ ਦਾ ਡੁੱਬ ਰਿਹਾ ਆ, ਔਰ ਇਹ ਭੱਜੇ ਨਸ਼ੇ ਸਾਨੂੰ ਨਜ਼ਰ ਨਹੀਂ ਆਉਣਗੇ। ਜਿਹੜਾ ਆਉਣ ਵਾਲਾ ਸਮਾਂ ਆਊਗਾ, ਬੰਦੇ ਦਾ ਪੁੱਤ ਬਣ ਕੇ ਇਹਨਾਂ ਨੂੰ ਚੱਲਣਾ ਚਾਹੀਦਾ, ਔਰ ਨੇਕ ਨੀਤੀ ਨਾਲ ਇਲੈਕਸ਼ਨ ਕਰਾ ਕੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਨੂੰ ਕੌਂਸਲਰ ਬਣਾਉਣਾ ਚਾਹੀਦਾ, ਤਾਂ ਕਿ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਆ ਉਹ ਕੀਤੀ ਜਾਵੇ। ਜਿੰਨੀ ਹੇਰਾਫੇਰੀ, ਜਿੰਨੀ ਕਰਪਸ਼ਨ ਹੋਈ ਆ, ਉਹਨੂੰ ਨੰਗਿਆ ਕੀਤਾ ਜਾਵੇ। ਆਹ ਸੀਵਰੇਜ ਵਿੱਚ ਜੋ ਹੋ ਰਿਹਾ, ਜੋ ਲਾਈਟਾਂ ਦੇ ਵਿੱਚ ਹੋ ਰਿਹਾ, ਜੋ ਬਾਕੀ ਥਾਵਾਂ ਦੇ ਉੱਤੇ ਹੋ ਰਿਹਾ, ਸਾਰੇ ਦਾ ਸਾਰਾ ਸਾਡੇ ਸਾਹਮਣੇ ਆ। ਅੱਜ ਸ਼ਹਿਰ ਦੇ ਵਿੱਚ ਬੜੀ ਵੱਡੀ ਲੋੜ ਆ, ਥਾਂ ਕੂੜੇ ਦੇ ਢੇਰ ਲੱਗੇ ਆ, ਪਾਣੀ ਸਾਰੀਆਂ ਗਲੀਆਂ ਦੇ ਵਿੱਚ ਖਲੋਤਾ ਆ, ਔਰ ਇਹ ਜਿਹੜਾ ਕਰੋੜਾਂ ਰੁਪਈਆ ਸਾਡਾ ਜਿਹੜਾ ਆ ਉਹ ਲਾਸ ਹੋ ਗਿਆ, ਉਹਨੂੰ ਬਰਬਾਦ ਕੀਤਾ ਜਾ ਰਿਹਾ ਆ। ਔਰ ਇਹਦੇ ਬਾਰੇ ਇਹਨਾਂ ਨੂੰ ਹਿਸਾਬ ਦੇਣਾ ਪਊਗਾ। ਔਰ ਗੁਰੂ ਨੇ ਕਿਰਪਾ ਕੀਤੀ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਇਹ ਸਾਰਾ ਕੁਝ ਹੀ ਤੁਸੀਂ ਵੇਖ ਲਿਆ, ਇਹਨਾਂ ਕੱਲਿਆਂ ਨੂੰ ਵੀ ਲੁੱਟਦਿਆਂ ਵੇਖ ਲਿਆ, ਇਹਨਾਂ ਨੂੰ ਇਕੱਠਿਆਂ ਹੋ ਕੇ ਵੀ ਲੁੱਟਦਿਆਂ ਵੇਖਦਿਆਂ। ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਜਿਹੜੀ ਹੈਗੀ ਆ, ਇਹ ਬਣਾ ਦਿਓ ਕੌਂਸਲ, ਇਹ ਕਾਰਪੋਰੇਸ਼ਨ ਬਣਾ ਦਿਓਗੇ, 5 ਸਾਲਾਂ ਦੇ ਵਿੱਚ ਤੁਹਾਡੀ ਕੋਈ ਸਮੱਸਿਆ ਅਸੀਂ ਨਹੀਂ ਰਹਿਣ ਦਿਆਂਗੇ। ਲੋਧੀ ਨੰਗਲ ਸਾਹਿਬ, ਕਿਹੜੇ ਉਹ ਬਿੰਦੂ ਨੇ ਤੁਹਾਡੀ ਰਿਟ ਪਟੀਸ਼ਨ ਦੇ ਵਿੱਚ ਜਿਹੜਾ ਤੋਂ ਲੱਗਦਾ ਹੈ ਕਿ ਜਿਹੜਾ ਮਾਨਯੋਗ ਹਾਈ ਕੋਰਟ ਹੈ ਤੁਹਾਡੇ ਹੱਕ ਦੇ ਵਿੱਚ ਜਿਹੜਾ ਫੈਸਲਾ ਦੇਵੇਗਾ? ਬੜੀ ਸਾਫ਼ ਗੱਲ ਹੈ ਜੀ। ਇੱਕ ਤੇ ਸਭ ਤੋਂ ਵੱਡੀ ਗੱਲ ਹੈ ਵੀ ਵਾਰਡਾਂ ਦੇ ਵਿੱਚ ਵੋਟਾਂ ਦੀ ਗਿਣਤੀ ਦੇ ਵਿੱਚ ਡਿਫਰੈਂਸਿਸ ਬਿਲਕੁਲ ਨਹੀਂ ਹੋਣਾ ਚਾਹੀਦਾ। ਅੱਗੇ ਕਮੇਟੀ ਵਿੱਚ 10% ਅਲਾਊਡ ਸੀ ਕਿ 10% ਦਾ ਮਾਰਜਨ ਜਿਹੜਾ ਹੈ ਕਿਸੇ ਨਾ ਕਿਸੇ ਇੱਕ ਵਾਰਡ ਤੋਂ ਦੂਜੀ ਵਾਰਡ ਦੇ ਵਿੱਚ ਹੋ ਸਕਦਾ, ਪਰ ਜਿਹੜੀ ਕੌਂਸਲ ਦੀ ਇਲੈਕਸ਼ਨ ਆ, ਜਿਹੜੀ ਨਿਗਮ ਦੀ ਇਲੈਕਸ਼ਨ ਆ, ਉਹਦੇ ਵਿੱਚ ਬਿਲਕੁਲ ਇਹ ਅਲਾਓ ਨਹੀਂ। ਉਹਦੇ 'ਚ ਕਹਿੰਦੇ ਆ ਵੀ ਵੋਟਾਂ ਦੀ ਗਿਣਤੀ ਬਰਾਬਰ ਹੋਣੀ ਚਾਹੀਦੀ ਆ। ਚਲੋ 2, 4, 10 ਵੋਟਾਂ ਇੱਧਰ ਉੱਧਰ ਹੋ ਜਾਣ ਤੇ ਗੱਲ ਵੱਖਰੀ ਹੈ। ਸਭ ਤੋਂ ਵੱਡੀ ਤਾਂ ਗੱਲ ਇਹ ਆ, ਕੋਈ 4500 ਦੀ ਵਾਰਡ ਆ, ਕੋਈ 900 ਦੀ ਵਾਰਡ ਆ, ਇਹੋ ਹੀ ਸਭ ਤੋਂ ਬੜਾ ਵੱਡਾ ਇੱਕ ਸਾਡੇ ਕੋਲ ਇੱਕ ਸਾਹਮਣੇ ਮਿਸ਼ਨ ਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਇੱਕ ਵਾਰਡ ਜਿਹੜੀ ਆ 900 ਵੋਟ ਦੀ ਹੋਵੇ, 1200 ਵੋਟ ਦੀ ਹੋਵੇ, ਕੋਈ 1700 ਦੀ ਹੋਵੇ, ਇੱਕ 5000 ਦੀ ਹੋਵੇ, 4500 ਦੀ ਹੋਵੇ, 3800 ਦੀ ਹੋਵੇ, 3200 ਦੀ ਹੋਵੇ। ਇਹ ਤਾਂ ਸਭ ਤੋਂ ਵੱਡੀ ਗੱਲ ਤੇ ਜਿਹੜੀ ਆ ਇਹੋ ਹੀ ਹਾਈ ਕੋਰਟ ਨੇ ਇਹਦਾ ਸੰਗਿਆਨ ਲਿਆ ਵੀ ਇਹ ਤਾਂ ਵੈਸੇ ਹੀ ਗਲਤ ਆ ਨਾ। ਜਦੋਂ ਲਾਅ ਹੀ ਨਹੀਂ ਲਾਓ ਕਰਦਾ ਤੇ ਇਸ ਤਰੀਕੇ ਨਾਲ ਵਾਰਡਾਂ ਕਿਵੇਂ ਬਣਾਈਆਂ ਜਾ ਸਕਦੀਆਂ? ਇੱਕ ਤੇ ਸਾਡੀ ਉਹਨਾਂ ਕੋਲ ਬੇਨਤੀ ਹੈ ਵੀ ਵਾਰਡਾਂ ਦੇ ਵਿੱਚ ਵੋਟਾਂ ਦੀ ਗਿਣਤੀ ਨੂੰ ਬਰਾਬਰ ਕੀਤਾ ਜਾਵੇ, ਤਾਂ ਕਿ ਹਰ ਕੌਂਸਲਰ ਜਿਹੜਾ ਜਿਹਨੇ ਚੋਣ ਲੜਨੀ ਆ ਉਹ ਬਰਾਬਰ ਦੀਆਂ ਵੋਟਾਂ ਦੇ ਉੱਤੇ ਚੋਣ ਲੜ ਕੇ ਇਸ ਸ਼ਹਿਰ ਦੀ ਕੌਂਸਲ ਦਾ ਮੈਂਬਰ ਬਣੇ। ਇੱਕ ਤੇ ਸਭ ਤੋਂ ਵੱਡੀ ਇਹ ਆ। ਦੂਜੀ ਨੰਬਰ 'ਤੇ ਆ ਵੀ ਇਹਨਾਂ ਕਿਸੇ ਨੂੰ ਦੱਸਿਆ ਨਹੀਂ, ਆਪਣੀ ਮਨਮਰਜ਼ੀ ਨਾਲ ਗਲਤ ਮਲਤ ਸਾਰੇ ਦੇ ਸਾਰੇ ਕੰਮ ਕੀਤੇ। ਜਿਹੜਾ ਪਿਛਲਾ ਵੀ ਸਾਡਾ ਸਾਰਾ ਰਿਕਾਰਡ ਹੈ, ਟਾਈਮ ਟੂ ਟਾਈਮ ਅਸੀਂ ਆਪਣੇ ਵਕੀਲ ਦੇ ਰਾਹੀਂ ਜਾਂ ਸਾਰਾ ਪ੍ਰੈਸ ਦੇ ਰਾਹੀਂ ਜਾਂ ਜਿਹੜਾ ਵੀ ਅਸੀਂ ਸਾਡੇ ਕੋਲ ਰਿਕਾਰਡ ਹੈ, ਅਸੀਂ ਇਹਨਾਂ ਨੂੰ ਦੱਸਦੇ ਰਹੇ ਹਾਂ ਵੀ ਚੋਰੀ ਬਣਾ ਰਹੇ ਨੇ, ਦੱਸ ਨਹੀਂ ਰਹੇ, ਆਹ ਨਹੀਂ ਕਰ ਰਹੇ, ਆਹ ਨਹੀਂ ਕਰ ਰਹੇ। ਉਹ ਸਾਰੇ ਦਾ ਸਾਰਾ ਰਿਕਾਰਡ ਸਾਰੀ ਹੋਈ ਤੇ ਧਾਂਦਲੀ ਆ। ਪਰ ਮੈਂ ਨਾ ਫਿਰ ਵੀ ਇਹਨਾਂ ਦਾ ਦਿਲ ਨਹੀਂ ਖਲੋ ਰਿਹਾ। ਫਿਰ ਇਹਨਾਂ ਨੂੰ ਏਡੇ ਵੱਡੇ ਜੇਕਰ ਇਹਨਾਂ ਦਾ ਹੌਸਲਾ ਟੁੱਟ ਗਿਆ ਤੇ ਫਿਰ ਉੱਥੇ ਆਪਣੇ ਬਣਾ ਲੈਣ, ਨੋਮੀਨੇਸ਼ਨ ਕਰ ਲੈਣ। ਆਪੇ ਸਰਕਾਰਾਂ ਦੇ ਵਿੱਚ ਮੁੜ ਕੇ ਇਸ ਤਰ੍ਹਾਂ ਸਿਸਟਮ ਤੁਰ ਪਊਗਾ, ਜੇ ਨੋਮੀਨੇਸ਼ਨ ਕਰ ਲੈਣਗੇ ਕੱਲ੍ਹ ਨੂੰ ਦੂਜੇ ਕਰ ਲੈਣਗੇ। ਲੋਕਾਂ ਦੇ ਤੇ ਹੱਕ ਫਿਰ ਖੋਣੇ ਹੀ ਆ, ਉਸ ਤਰ੍ਹਾਂ ਵੀ ਖੋਣੇ ਆ। ਜਿਹੜੇ ਕਹਿੰਦੇ ਆ ਇਹ ਰੱਦ ਕਰਾ ਕੇ ਪੇਪਰ ਬਣਾਂਗੇ, ਤੇ ਇਹ ਜਿਹੜਾ ਅਫਸਰਾਂ ਨੇ ਰੱਦ ਕਰਨੇ ਉਹਨਾਂ ਨੂੰ ਹੀ ਗਾਂ ਨੌਕਰੀਆਂ ਦਾ ਖਿਆਲ ਰੱਖਣਾ ਚਾਹੀਦਾ। ਅੱਗੇ ਵੀ ਇੱਕ ਇੱਥੇ ਸਾਡੇ ਭਾਰਦਵਾਜ ਹੈਗਾ ਸੀ ਜਿਹੜਾ ਸਾਰੀ ਉਮਰ ਮੁੜ ਕੇ ਤਰਲੇ ਮਾਰਦਾ ਰਿਹਾ, ਇਹ ਪਰਚਾ ਦਰਜ ਹੋ ਗਿਆ ਸੀ। ਇਸ ਕਰਕੇ ਕੇਅਰਫੁਲ ਰਹਿਣ ਦੀ ਲੋੜ ਹੈ ਸਾਰੇ ਅਫਸਰਾਂ ਨੂੰ, ਕਿਸੇ ਦਾ ਕਿ ਲੱਤਾਂ ਨਹੀਂ ਫਸਾਉਣ ਦੀ ਲੋੜ। ਇਹ ਮੇਰੀ ਬੇਨਤੀ ਹੈ। ਕਿਹੜੇ ਲੋਕਾਂ ਨੂੰ ਤੁਸੀਂ ਆਪਣੀ ਪਟੀਸ਼ਨ ਦੇ ਵਿੱਚ ਪਾਰਟੀ ਬਣਾਇਆ ਤੇ ਕੀ ਸਟੇਟਸ ਹੈ ਕੋਰਟ ਦੇ ਵਿੱਚ? ਲੋਕ ਨੇ ਸਰਕਾਰੀ ਤੌਰ 'ਤੇ ਪ੍ਰਿੰਸੀਪਲ ਸੈਕਟਰੀ ਲੋਕਲ ਗੌਰਮੈਂਟ ਆ, ਜਿਹੜਾ ਡਾਇਰੈਕਟਰ ਲੋਕਲ ਗੌਰਮੈਂਟ ਆ,
ਜਿਹੜਾ ਸਾਡਾ ਕਾਰਪੋਰੇਸ਼ਨ ਦਾ ਕਮਿਸ਼ਨਰ ਆ ਉਹ ਇਹਦੇ ਵਿੱਚ ਜ਼ਿੰਮੇਵਾਰ ਆ। ਔਰ ਇਹਦੇ ਵਿੱਚ ਦੋਵੇਂ ਪੋਲੀਟੀਕਲ ਲੋਕ ਜਿਹੜੇ ਆਪਸ ਵਿੱਚ ਰੋਜ਼ ਛਿੱਤਰੋ ਛਿੱਤਰੀ ਵੀ ਹੁੰਦੇ ਨੇ, ਸ਼੍ਰੀ ਅਸ਼ਵਨੀ ਸ਼ੇਖੜੀ ਜੀ ਅਤੇ ਸ਼੍ਰੀ ਤ੍ਰਿਪਤ ਬਾਜਵਾ ਜੀ, ਜਿਹੜੇ ਇਸ ਵੇਲੇ ਕੌਂਸਲ ਦੇ ਵਿੱਚ ਚੋਣਾਂ ਦੇ ਵਿੱਚ ਆਪਣੇ ਬੰਦੇ ਜਿਤਾਉਣ ਲਈ ਛਿੱਤਰੋ ਛਿੱਤਰੀ ਹੋ ਰਹੇ ਨੇ, ਜਿਹੜੀ ਸਾਰੀ ਡਾਇਰੈਕਸ਼ਨ ਦੇ ਕੇ ਇਹ ਵਾਰਡਾਂ 'ਚ ਹੇਰ ਫੇਰ ਕਰਵਾ ਰਹੇ ਨੇ। ਅਤੇ ਇਹ ਮੁਲਾਜ਼ਮ ਨੇ ਕੁਛ ਸਾਡੇ ਜਿਹੜੇ ਨਗਰ ਕੌਂਸਲ ਦੇ, ਜਿਨ੍ਹਾਂ ਨੇ ਇਹ ਹੱਥ ਠੋਕਾ ਬਣ ਕੇ ਕੰਮ ਕਰਦੇ ਰਹੇ ਨੇ, ਉਹਨਾਂ ਸਾਰਿਆਂ ਦਾ ਵੀ ਇਹਦੇ ਵਿੱਚ ਅਸੀਂ ਵੇਰਵਾ ਕੀਤਾ। ਇਹ ਸਨ ਸਰਦਾਰ ਲਖਬੀਰ ਸਿੰਘ ਜੀ ਲੋਧੀ ਨੰਗਲ, ਜਿਨ੍ਹਾਂ ਨੇ ਦੱਸਿਆ ਹੈ ਕਿ ਬੇਸ਼ੱਕ ਉਹ ਬਟਾਲਾ ਤੋਂ ਐਮਐਲਏ ਨੇ, ਪਰ ਬਾਰ-ਬਾਰ ਵਾਰਡਬੰਦੀ ਦੇ ਵਿੱਚ ਉਹਨਾਂ ਨੂੰ ਇਗਨੋਰ ਕੀਤਾ ਗਿਆ। ਲਗਾਤਾਰ ਉਹ ਹਾਈ ਅਥਾਰਟੀ ਨੂੰ ਜਿਹੜੀ ਆਪਣੀਆਂ ਕੰਪਲੇਂਟਸ, ਆਪਣੀਆਂ ਸ਼ਿਕਾਇਤਾਂ ਭੇਜਦੇ ਗਏ, ਪਰ ਬਾਵਜੂਦ ਵੀ ਇਸ ਦੇ ਕੋਈ ਸੁਣਵਾਈ ਨਾ ਹੋਈ। ਤਾਂ ਜਦੋਂ ਸੁਣਵਾਈ ਹੁੰਦੀ ਨਾ ਦੇਖ ਕੇ ਉਹਨਾਂ ਨੇ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖਟਕਾਇਆ ਅਤੇ ਉਹਨਾਂ ਨੂੰ ਪੂਰਨ ਆਸ ਹੈ ਕਿ ਮਾਣਯੋਗ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਜਿਹੜਾ ਨਿਰਪੱਖਤਾ ਦੇ ਨਾਲ ਜਿਹੜਾ ਆਪਣਾ ਜਿਹੜਾ ਆਦੇਸ਼ ਜਿਹੜੀ ਉਹ ਜਾਰੀ ਕਰਨਗੇ। ਸੋ ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਪੰਜਾਬੀ ਪੋਸਟ। ਜੇਕਰ ਸਾਡਾ ਚੈਨਲ ਤੁਹਾਨੂੰ ਪਸੰਦ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡਾ ਪੇਜ ਫੋਲੋ ਕਰੋ।